ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦੇ ਸੰਬੰਧਿਤ ਵਿਸ਼ੇ ਦੀ ਜਾਣਕਾਰੀ ਸਾਂਝੀ ਕਰਦੇ ਹਨ। ਅੱਜ ਜੋ ਪਿਛਲੇ ਕੁਝ ਹਫ਼ਤਿਆਂ ਤੋਂ ਅਰਦਾਸ ਦੀ ਵਿਆਖਿਆ ਆਪ ਜੀ ਕਰ ਰਹੇ ਹਨ, ਉਸੇ ਦੀ ਲੜੀ ਨੂੰ ਅੱਗੇ ਤੋਰਨਗੇ। तो अरदास की जो रहत मर्यादा के अंदर दिती हुई शब्दावली है ਉਹਦੇ विस्तार सहित व्याख्या आप जी ਦੇ ਨਾਲ ਸਾਂਝੀ ਕਰਾਂਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਦੀ ਸਰ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਦਾ ਜੋ ਸ਼ਬਦਾਵਲੀ ਹੈ, ਪਿਛਲੇ ਹਫ਼ਤੇ ਤੱਕ ਅਸੀਂ ਦੇਗ ਤੇ ਫਤਿਹ, ਬਿਰਧ ਕੀ ਪੈਜ, ਇਹ ਪਹਿਰੇ ਦੀ ਵਿਚਾਰ ਕਰ ਰਹੇ ਸਾਂ। ਦੇਗ ਦਾ ਹਿੱਸਾ ਉਹਦੀਆਂ ਵਿਚਾਰਾਂ ਅਸੀਂ ਮੁਕੰਮਲ ਕਰ ਲਈਆਂ ਸਨ। ਉਹ ਜਿਸ ਦਿਨ ਪਿਛਲੇ ਹਫ਼ਤੇ ਅਸੀਂ ਵਿਚਾਰ ਛੱਡੀ ਸੀ, ਤੇ ਇਹ ਤੇਗ ਦਾ ਵਿਸ਼ਾ ਜਿਹੜਾ ਹੈ ਉੱਥੇ ਛੱਡੀ ਸੀ ਵੀ ਤੇਗ ਦਾ ਵਿਸ਼ਾ ਜਿਹੜਾ ਅਗਲੇ ਹਫ਼ਤੇ ਵਿਚਾਰਾਂਗੇ। ਤਾਂ ਅੱਜ ਅਸੀਂ ਇਹ ਸ਼ਬਦਾਵਲੀ ਦੇਗ ਤੇਗ, ਜਿਹੜਾ ਤੇਗ ਲਫ਼ਜ਼ ਹੈ, ਇੱਥੋਂ ਸ਼ੁਰੂ ਕਰ ਰਹੇ ਹਾਂ। ਦੇਗ ਤੇ ਤੇਗ ਦੀ ਫਤਿਹ ਦਾ ਕੀ ਭਾਵ ਹੈ। ਤੇਗ ਲੋਹੇ ਦਾ ਇੱਕ ਸ਼ਸਤਰ ਹੈ। ਸ਼ਸਤਰ ਹੀ ਨਹੀਂ, ਇਹ ਸਿੱਖੀ ਜਾਹੋ ਜਲਾਲ ਦਾ ਇੱਕ ਸੰਕੇਤ ਵੀ ਹੈ। ਇਸ ਤੇਗ ਵਿੱਚ ਸੱਚ, ਨੇਕੀ ਤੇ ਪਰਉਪਕਾਰ ਛੁਪਿਆ ਹੋਇਆ ਹੈ। ਦੂਜੇ ਲਫ਼ਜ਼ਾਂ 'ਚ ਕਹਿ ਲਈਏ, ਇਹ ਸੱਚ ਤੇ ਝੂਠ ਜਾਂ ਸੱਚ ਤੇ ਅਸੱਚ, ਨੇਕੀ ਤੇ ਬਦੀ, ਦੋਨਾਂ ਦੇ ਵਿਚਲੇ ਫਰਕ ਨੂੰ ਵੀ ਪ੍ਰਗਟ ਕਰਦੀ ਹੈ। ਇਹ ਤੇਗ ਜੋ ਸਿੱਖ ਦੀ ਤੇਗ ਹੈ, ਇਹ ਸੱਚ ਨੂੰ ਪੱਕਾ ਕਰਨ ਲਈ, ਸੱਚ ਦ੍ਰਿੜ ਕਰਨ ਲਈ, ਔਰ ਅਸੱਚ ਝੂਠ ਨੂੰ ਦੇ ਖਿਲਾਫ ਜੂਝਣ ਲਈ ਇੱਕ ਸਭ ਪ੍ਰਤੱਖ ਤੌਰ ਤੇ ਸਾਡੀ ਸ਼ਬਦਾਵਲੀ ਦਾ ਹਿੱਸਾ ਬਣਿਆ ਹੈ। ਕਹਿ ਲਈਏ ਕਿ ਸੱਚ ਦੇ ਹੱਕ ਵਿੱਚ ਖੜੇ ਹੋਣਾ, ਝੂਠ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ। ਇਹ ਝੂਠ ਅਮੀਰ ਦਾ ਗਰੀਬ ਉੱਤੇ ਹੋਵੇ, ਇਹ ਧੱਕਾ ਵੇਲੇ ਦੇ ਬਾਦਸ਼ਾਹ ਵੱਲੋਂ ਪਰਜਾ ਦੇ ਉੱਤੇ ਹੋਵੇ, ਹਕੂਮਤ ਵੱਲੋਂ ਪਰਜਾ ਦੇ ਉੱਤੇ ਹੋਵੇ, ਇਹ ਧੱਕਾ ਧਾਰਮਿਕ ਆਗੂਆਂ ਵੱਲੋਂ ਆਮ ਭੋਲੇ ਸਿੱਖ ਉੱਤੇ ਹੋਵੇ, ਇਹ ਧੱਕਾ ਦੌਲਤਵੰਦ ਵੱਲੋਂ ਗਰੀਬੀ ਦੇ ਹਾਲਤ ਵਿੱਚ ਵਿਚਰੇ ਉੱਤੇ ਹੋਵੇ। ਇਸ ਧੱਕੇ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਨਾ, ਸੱਚ ਨੂੰ ਪੱਕਾ ਕਰਨਾ ਤੇ ਸੱਚ ਤੇ ਪਹਿਰਾ ਦੇਣਾ, ਤੇ ਸੱਚ ਤੇ ਪਹਿਰਾ ਦੇਣ ਲਈ ਇਹ ਤੇਗ ਦੀ ਵਰਤੋਂ ਜਾਂ ਤੇਗ ਚਲਾਉਣ ਦੀ ਗੱਲ ਇਹ ਸ਼ਬਦਾਵਲੀ ਸਿੱਖੀ ਦੀ ਅਰਦਾਸ ਵਿੱਚ ਸ਼ਾਮਲ ਹੈ। ਇਹ ਅਕਾਲੀ ਤੇਗ ਮਨੁੱਖੀ ਆਤਮਾ ਤੇ ਸਰਬਲੋਹ ਦੀ ਸਾਨ ਚਾੜ ਕੇ ਉਸ ਨੂੰ ਇੱਕ ਤੇਗ ਦਾ ਧਨੀ ਬਣਾ ਦਿੰਦੀ ਹੈ। ਇਹ ਐਸੀ ਅਕਾਲੀ ਤੇਗ ਹੈ, ਕਾਲਗੋਏ ਪਰਮਾਤਮਾ ਦੀ ਬਖਸ਼ੀ ਹੋਈ ਤੇਗ। ਇਹ ਤਿਆਗ ਮਲ ਨੂੰ
ਤੇਗ ਬਹਾਦਰ ਦੀ ਤਬਦੀਲ ਕਰ ਦਿੰਦੀ ਹੈ। ਕਰਤਾਰਪੁਰ ਦੀ ਜੰਗ ਵਿੱਚ ਨੌਵੇਂ ਸਤਿਗੁਰੂ, ਜਿਨ੍ਹਾਂ ਨੂੰ ਅਸੀਂ ਵਿਰਾਗ ਦੀ ਮੂਰਤ ਆਖਦੇ ਹਾਂ, ਉਹਨਾਂ ਦੇ ਜੀਵਨ ਕਾਲ ਨੂੰ ਵੇਖੀਏ, ਪੜ੍ਹੀਏ, ਜਿਹੜੇ ਰਣ ਤੱਤੇ ਵਿੱਚ ਜ਼ੋਰ ਤੇਗ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿਖਾਏ, ਉਹਨਾਂ ਨੇ ਤਿਆਗਮਲ ਤੋਂ ਫਿਰ ਤਿਆਗ ਬਹਾਦਰ ਵਿੱਚ ਨਾਂ ਤਬਦੀਲ ਕਰ ਦਿੱਤਾ। ਸਿੱਖੀ ਦੀ ਤੇਗ ਭਗਤੀ ਵਿੱਚੋਂ ਸ਼ਕਤੀ ਪੈਦਾ ਕਰਦੀ ਹੈ। ਇਹ ਗੱਲ ਸਮਝਣ ਦੀ ਜਿਹੜੀ ਖਾਸ ਗੱਲ ਹੈ ਕਿ ਸਿੱਖੀ ਦੀ ਤੇਗ ਭਗਤੀ ਵਿੱਚੋਂ ਸ਼ਕਤੀ ਲੈਂਦੀ ਹੈ। ਸ਼ਕਤੀ ਵਿੱਚੋਂ ਕੱਲੀ ਸ਼ਕਤੀ ਨਾਲ ਇਸਤੇਮਾਲ ਨਹੀਂ ਕਰਦੀ। ਇਹਦੀ ਤੇਗ ਵਿੱਚ ਭਗਤੀ ਦਾ ਸੁਮੇਲ ਜ਼ਰੂਰੀ ਹੈ, ਜੋ ਸਿੱਖੀ ਦੀ ਤੇਗ ਹੈ, ਜਿਹੜੀ ਸ਼ਬਦਾਵਲੀ ਅਰਦਾਸ ਵਿੱਚ ਅਸੀਂ ਪੜ੍ਹਦੇ ਹਾਂ। ਇਹ ਭਗਤੀ ਤੇ ਸ਼ਕਤੀ ਵਾਲੀ ਤੇਗ ਸਤਿਗੁਰੂ ਜੀ ਨੇ ਆਪ ਵੀ ਧਾਰਨ ਕੀਤੀ। ਇਤਿਹਾਸਕਾਰ ਇਹ ਲਿਖਦੇ ਨੇ ਵੀ ਜਿਹੜੀ ਕਿਰਪਾਨ, ਜਿਹੜੀ ਤੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਦਿੱਤੀ ਜਾਂ ਜ਼ਰੂਰੀ ਕਰ ਦਿੱਤੀ, ਜ਼ਰੂਰੀ ਕਰਾਰ ਕਰ ਦਿੱਤਾ, ਉਸ ਦੀ ਫੌਲਾਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਿਆਰ ਕੀਤਾ ਸੀ। ਇਤਿਹਾਸ ਵਿੱਚ ਸਾਨੂੰ ਲਿਖਿਆ ਹੋਇਆ ਮਿਲਦਾ ਹੈ। ਕੋਈ ਵੱਖਰੀ ਵਿਚਾਰਧਾਰਾ ਨਹੀਂ ਸੀ ਤੇਗ ਦੀ। ਤੇਗ ਸੀ ਸੱਚ ਨੂੰ ਸੰਸਾਰ ਤੱਕ ਲੈ ਕੇ ਆਉਣਾ। ਤੇਗ ਦਾ ਮਨੋਰਥ ਕੀ ਹੈ? ਇਹ ਸੱਚ ਗੁਰੂ ਨਾਨਕ ਦੇਵ ਮਹਾਰਾਜ ਲੈ ਕੇ ਆਏ। ਜਦੋਂ ਵੇਲੇ ਦੇ ਹਾਕਮ ਨੂੰ ਵੰਗਾਰ ਕੇ ਕਹਿ ਦਿੱਤਾ, ਬਾਬਰ ਤੂੰ ਜਾਬਰ ਹੈ। ਜਦੋਂ ਮਲਕ ਭਾਗੋ ਵਰਗੇ ਧਨਾੜ ਨੂੰ, ਜੋ ਗਰੀਬਾਂ ਦਾ ਸ਼ੋਸ਼ਣ ਕਰਦਾ ਸੀ, ਇਹ ਗੱਲ ਕਹਿ ਦਿੱਤੀ ਕਿ ਮਲਕ ਭਾਗੋ ਤੇਰੀ ਇਸ ਰੋਟੀ ਵਿੱਚ ਗਰੀਬਾਂ ਦਾ ਖੂਨ ਹੈ। ਜਦੋਂ ਉਹਨੇ ਸਵਾਲ ਕੀਤਾ, ਪਾਤਸ਼ਾਹ ਖਾਧਾ ਨਹੀਂ, ਦੇਖਿਆ ਨਹੀਂ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਗਰੀਬਾਂ ਦਾ ਖੂਨ ਹੈ? ਤੇ ਅੱਗੋਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਲਕ ਭਾਗੋ ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਕਿੱਕਰ ਦਾ ਬੀਜ ਧਰਤੀ ਵਿੱਚ ਬੀਜ ਦਈਏ ਤਾਂ ਕਿੱਕਰ ਦਾ ਰੁੱਖ ਪੈਦਾ ਹੁੰਦਾ ਹੈ। ਇਸ ਕਿੱਕਰ ਦੇ ਰੁੱਖ ਨੂੰ ਕਦੀ ਅੰਗੂਰ ਨਹੀਂ ਲੱਗਦੇ, ਲੰਬੀਆਂ ਸੂਲਾਂ ਲੱਗਦੀਆਂ ਹਨ ਜੋ ਬੜੀਆਂ ਦੁਖਦਾਈ ਹੁੰਦੀਆਂ ਹਨ। ਕਿਸ ਦਾ ਦਿਲ ਕਰਦਾ ਹੈ ਕਿ 36 ਪ੍ਰਕਾਰ ਦਾ ਭੋਜਨ ਛੱਡ ਕੇ ਕੁਦਰਤ ਦੀ ਰੋਟੀ ਖਾਵੇ? ਪਰ ਕਿਸ ਦਾ ਦਿਲ ਕਰਦਾ ਹੈ ਕਿ ਜ਼ਹਿਰ ਵਿੱਚ ਲਪੇਟਿਆ ਹੋਈ ਇਹ ਅੰਨ ਖਾਣ ਦਾ, ਜਿਹਦੇ ਵਿੱਚ ਮੌਤ, ਆਤਮਿਕ ਮੌਤ ਦੀ ਮੌਤ ਨਜ਼ਰ ਆਉਂਦੀ ਹੈ? ਵੇਲੇ ਦੇ ਧਨਾੜ ਨੂੰ ਇਹ ਵੰਗਾਰ ਪਾਉਣੀ ਕੋਈ ਸੌਖੀ ਬਾਤ ਨਹੀਂ ਸੀ। ਅੱਜ ਮਲਕ ਭਾਗਵਾਂ ਦਾ ਬੋਲਬਾਲਾ ਹਰ ਪਾਸੇ ਹੈ। ਅੱਜ ਮਲਕ ਭਾਗਵਾਂ ਦੀ ਪੁੱਛ ਹਰ ਪਾਸੇ ਹੈ। ਅੱਜ ਗੁਰਦੁਆਰਿਆਂ, ਗੁਰੂ ਘਰਾਂ ਵਿੱਚ ਮਲਕ ਭਾਗਵਾਂ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਪਰ ਗੁਰੂ ਨਾਨਕ ਵਰਗਾ ਸੂਰਮਾ ਸੀ, ਜਿਸ ਨੇ ਸ਼ਬਦਾਂ ਦੀ ਤੇਗ ਦੇ ਨਾਲ ਮਲਕ ਭਾਗੋ ਦੇ ਮੂੰਹ ਦੇ ਉੱਤੇ ਗੱਲ ਕਹਿ ਦਿੱਤੀ ਕਿ ਤੇਰੇ ਭੋਜਨ ਵਿੱਚ ਗਰੀਬਾਂ ਦਾ ਖੂਨ ਹੈ। ਬਾਬਰ ਤੂੰ ਜਾਬਰ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਹੜੀ ਫੌਲਾਦ ਤਿਆਰ ਕੀਤੀ ਸੀ, ਇਹ ਪਹਿਲਾਂ ਭਗਤੀ ਦੀ ਫੌਲਾਦ ਤਿਆਰ ਕੀਤੀ ਗਈ, ਜਿਸ ਵਿੱਚੋਂ ਤੇਗ ਨੇ ਜਨਮ ਲਿਆ। ਜਦੋਂ ਸ਼ਾਂਤੀ ਦੇ ਹਥਿਆਰ ਖਤਮ ਹੁੰਦੇ ਹਨ, ਫਿਰ ਸਿੱਖ ਤੇਗ ਦੀ ਮੁੱਠ ਨੂੰ ਹੱਥ ਪਾਉਂਦਾ ਹੈ। ਤੇਗ ਦੀ ਵਰਤੋਂ ਉਦੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਇੱਕ ਦਿਨ ਭਾਈ ਪ੍ਰਾਗਾ ਜੀ, ਭਾਈ ਜੇਤਾ ਜੀ ਤੇ ਭਾਈ ਕੁਝ ਸਿੱਖਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਕਦੇ ਨੂਰਦੀਨ, ਕਦੇ ਸੁਲੀ ਖਾਂ, ਕਦੇ ਬੀਰਬਲ, ਇਹ ਚੜ੍ਹ ਕੇ ਆ ਜਾਂਦੇ ਹਨ। ਸਾਨੂੰ ਆਗਿਆ ਕਰੋ ਕਿ ਅਸੀਂ ਤਲਵਾਰ ਦੇ ਜ਼ੋਰ ਨਾਲ, ਤੇਗ ਦੇ ਜ਼ੋਰ ਨਾਲ ਇਹਨਾਂ ਦਾ ਮੁਕਾਬਲਾ ਕਰ ਸਕੀਏ। ਤਾਂ ਗੁਰੂ ਅਰਜਨ ਦੇਵ ਮਹਾਰਾਜ ਦਾ ਜਵਾਬ ਸੀ, ਕਾਹਲੇ ਨਾ ਪਵੋ, ਅਸਾਂ ਜੋ ਸ਼ਸਤਰ ਪਕੜਨੇ ਹਨ ਉਹ ਗੁਰੂ ਹਰਗੋਬਿੰਦ ਦੇ ਰੂਪ ਵਿੱਚ ਪਕੜਨੇ ਹਨ। ਜੋ ਸ਼ਸਤਰ ਦਾ, ਤੇਗ ਦੀ ਗੱਲ ਕੀਤੀ, ਅਸਾਂ ਜੋ ਸ਼ਸਤਰ ਪਕੜਨੇ ਹਨ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਪਕੜਨੇ ਹਨ। ਤੇ ਜਿਹੜੇ ਸ਼ਸਤਰ ਅਸੀਂ ਪੜ੍ਹਨੇ ਹਨ, ਇਹਨਾਂ ਸ਼ਾਸਤਰ ਨਾਲ ਪ੍ਰੀਤ ਕਰਕੇ ਅਸੀਂ ਮੀਰ ਦੀ ਮੀਰੀ ਖਿੱਚ ਲੈਣੀ ਹੈ, ਤੇ ਸ਼ਸਤਰ ਨਾਲ ਪ੍ਰੀਤ ਕਰਕੇ
ਅਸੀਂ ਮੀਰ ਦੀ ਮੀਰੀ ਖਿੱਚ ਲੈਣੀ ਹੈ ਤੇ ਸ਼ਾਸਤਰ ਨਾਲ ਪ੍ਰੀਤ ਕਰਕੇ ਅਸੀਂ ਪੀਰ ਦੀ ਪੀਰੀ ਖਿੱਚ ਲੈਣੀ ਹੈ। ਕਿਆ ਕਮਾਲ ਦੇ ਬੋਲ ਹਨ। ਤੇ ਜਦੋਂ ਗੁਰਗੱਦੀ ਦੀ ਜ਼ਿੰਮੇਵਾਰੀ ਦਿੱਤੀ ਤੇ ਨਾਲ ਹੀ ਕਿਹਾ, ਬੇਟਾ ਕਰੜੇ ਸਮੇਂ ਆ ਰਹੇ ਹਨ, ਤੁਸੀਂ ਹੁਣ ਸ਼ਸਤਰਧਾਰੀ ਹੋ ਕੇ ਜ਼ੁਲਮ ਦਾ ਮੁਕਾਬਲਾ ਕਰਨਾ ਹੈ। ਇਹ ਵੇਲੇ ਦੀ ਹਾਕਮ, ਵੇਲੇ ਦੀ ਹਕੂਮਤ, ਰਾਜ ਭਾਗ ਦੇ ਨਸ਼ੇ ਵਿੱਚ ਇਹਨਾਂ ਦੀ ਆਤਮਾ ਮਰ ਚੁੱਕੀ ਹੈ। ਤੁਸੀਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਣੀਆਂ ਹਨ। ਤੇ ਇਹ ਜਦੋਂ ਸਤਿਗੁਰੂ ਜੀ ਨੇ ਦੋ ਤਲਵਾਰਾਂ ਪਹਿਨੀਆਂ ਤੇ ਪਹਿਲਾ ਐਲਾਨ ਸੀ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਦਾ। ਕਹਿੰਦੇ ਨੇ, ਮੈਂ ਤਲਵਾਰ ਇਸ ਕਰਕੇ ਪਹਿਨੀ ਹੈ ਤੇ ਤੁਸੀਂ ਤਲਵਾਰ ਇਸ ਕਰਕੇ ਫੜਨੀ ਹੈ ਕਿ ਜ਼ਾਲਮ ਜ਼ੁਲਮ ਦੀ ਤਲਵਾਰ ਚਲਾਉਣੀ ਸਦਾ ਲਈ ਬੰਦ ਕਰ ਦੇਵੇ। ਇਹ ਸਿੱਖੀ ਦੀ ਤੇਗ ਹੈ। ਜਦ ਤੱਕ ਜ਼ੁਲਮ ਰਾਜ ਮੁੱਕ ਨਹੀਂ ਜਾਂਦਾ, ਇਹ ਤਲਵਾਰ, ਇਹ ਤੇਗ ਚੱਲਦੀ ਰਹੇਗੀ। ਫਿਰ ਇਹ ਸਿੱਖੀ ਦੀ ਤੇਗ ਜਿਹੜੀ ਕਮਾਈ ਗਈ, ਇਹਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਇੱਕ ਐਸਾ ਸੰਦੇਸ਼ ਭਰ ਦਿੱਤਾ ਕਿ ਰਨ ਤੱਤੇ ਦੇ ਮੈਦਾਨ ਵਿੱਚ ਸਿੱਖ ਹਮੇਸ਼ਾ ਤੇਗ ਵਾਹੁੰਦਾ ਰਿਹਾ। ਉਹ ਤੇਗ ਚੱਲਦੀ ਰਹੀ, ਚੱਲਦੀ ਰਹਿਣੀ ਚਾਹੀਦੀ ਹੈ। ਇਤਿਹਾਸ ਇਹ ਗੱਲ ਦੱਸਦਾ ਹੈ ਕਿ ਮਰਾਠਿਆਂ ਦੇ ਗੁਰੂ ਸਮਰੱਥ ਰਾਮਦਾਸ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਦੀ ਮੁਲਾਕਾਤ ਗੜਵਾਲ ਦੇ ਵਿੱਚ ਹੁੰਦੀ ਹੈ ਤਾਂ ਸਤਿਗੁਰੂ ਦਾ ਸ਼ਾਹੀ ਜਲਾਲ ਦੇਖ ਕੇ ਕਹਿਣ ਲੱਗਾ, मैंने तो सुना था गुरु नानक एक त्यागी साधु है, लेकिन आप गृहस्थी हो, आप शस्त्रधारी भी हो, आप कैसे फकीर हो? तो गुरु हरगोबिंद साहब का जवाब बड़ा खूबसूरत सी। कह लगे, समर्थ जी, गुरु नानक ने माया त्यागी थी, दुनिया नहीं त्यागी। गुरु नानक ने माया त्यागी थी, दुनिया नहीं त्यागी। जाहिर अमीरी, बातन फकीरी, शस्त्र गरीब की रखिया लई और जरवाड़े की पखिया लई। अगों दा जवाब सी फिर समर्थ मराठियां दे गुरु दा, रामदास दा, ये बात हमारे मन भांपती है। हाँ, ये गल मैनू चंगी लगी। गुरु गोबिंद सिंह महाराज सच्चे पातशाह जी ਜਦੋਂ ਬਹਾਦਰ ਸ਼ਾਹ ਨੇ ਖਿਲਤ ਪੇਸ਼ ਕੀਤੀ ਸਤਿਗੁਰੂ ਜੀ ਨੂੰ, ਤਾਂ ਫਰਮਾਇਸ਼ ਕੀਤੀ, ਪਾਤਸ਼ਾਹ ਕੋਈ ਕਰਾਮਾਤ ਦਿਖਾਓ। ਇਤਿਹਾਸ ਇਹ ਗੱਲ ਲਿਖਦਾ ਹੈ ਕਿ ਮਹਾਰਾਜ ਨੇ ਗਾਤਰੇ ਵਿੱਚੋਂ ਕਿਰਪਾਨ ਨੂੰ ਕੱਢਿਆ, ਕਹਿਣ ਲੱਗੇ, ਇਹੋ ਹੀ ਅਸਲ ਕਰਾਮਾਤ ਹੈ। ਇਸ ਦੀ ਸਹਾਇਤਾ ਨਾਲ ਹੀ, ਇਸ ਕਰਾਮਾਤ ਨਾਲ ਹੀ ਤੈਨੂੰ ਰਾਜ ਭਾਗ ਲੈ ਕੇ ਦਿੱਤਾ ਹੈ। ਚਾਹਾਂ ਤਾਂ ਇਸ ਨਾਲ ਤੇਰਾ ਸਿਰ ਲਾ ਕੇ ਤੇਰੇ ਤਖਤ ਤੇ ਬੈਠ ਸਕਦਾ ਹਾਂ, ਪਰ ਮੇਰੀ ਕਿਰਪਾਨ ਤੇ ਤਲਵਾਰ ਵਿੱਚ ਅੰਤਰ ਹੈ। ਮੇਰੀ ਕਿਰਪਾਨ ਕਿਰਪਾ ਦੀ ਆਰ ਹੈ, ਤੇਰੀ ਤਲਵਾਰ ਦੇ ਪਿੱਛੇ ਕ੍ਰੋਧ ਹੈ ਤੇ ਮੇਰੀ ਕਿਰਪਾਨ ਦੇ ਪਿੱਛੇ ਦਇਆ ਹੈ। ਤੇਰੀ ਕਿਰਪਾਨ ਨਾਲ ਮੌਤ ਮਿਲਦੀ ਹੈ ਤੇ ਮੇਰੀ ਕਿਰਪਾਨ ਨਾਲ ਜੀਵਨ ਦਾਨ ਮਿਲਦਾ ਹੈ। ਤੇਰੀ ਕਿਰਪਾਨ ਤੇ ਲੋਕਾਂ ਦੀ ਇੱਜ਼ਤ ਲੁੱਟਦੀ ਹੈ ਤੇ ਮੇਰੀ ਕਿਰਪਾਨ ਲੋਕਾਂ ਦੀ ਇੱਜ਼ਤ ਬਚਾਉਂਦੀ ਹੈ। ਤੇ ਇਹ ਸਿੱਖ ਦੀ ਤੇਗ, ਇਹ ਸਿੱਖੀ ਦੀ ਕਿਰਪਾਨ ਹੈ। ਇਹ ਤੇਗ ਪਰਮਾਤਮਾ ਦੇ ਗੁਣਾਂ ਦੀ ਇੱਕ ਸੂਚਕ ਹੈ। ਇਹ ਤੇਗ ਜਦੋਂ ਚੱਲਦੀ ਹੈ, ਦੁਸ਼ਮਣਾਂ ਦੇ, ਧਰਮ ਵਿਰੋਧੀਆਂ ਦੇ ਉੱਤੇ ਚੱਲਦੀ ਹੈ। ਤੇ ਇਹ ਤੇਗ, ਸਿੱਖ ਦੀ ਤੇਗ, ਕਿਸੇ ਗਰੀਬ, ਨਿਮਾਣੇ ਜਾਂ ਨਿਤਾਣੇ ਦੇ ਉੱਤੇ ਨਹੀਂ ਚੱਲਦੀ। ਇਹ ਤੇਗ ਸਿੱਖ ਦੀ ਕਿਸੇ ਨਿਮਾਣੇ, ਨਿਤਾਣੇ ਉੱਤੇ ਨਹੀਂ ਚੱਲਦੀ, ਇਹ ਤਾਂ ਜ਼ਾਲਮ ਦੇ ਉੱਤੇ ਚੱਲਦੀ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਚਮਕੌਰ ਦੇ ਮੈਦਾਨ ਵਿੱਚ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਗੱਲ ਕੀਤੀ, ਸਤਿਗੁਰੂ ਜੀ ਨੇ ਪੁੱਤਰ ਨੂੰ ਸੀਸ ਤੇ ਚੱਕਰ ਸਜਾਇਆ, ਤੀਰਾਂ ਦਾ ਪੱਥਾ ਪਹਿਨਾਇਆ, ਹੱਥ ਵਿੱਚ ਸ੍ਰੀ ਸਾਹਿਬ ਫੜਾਈ ਤੇ ਤੇਗ ਫੜਾਈ। ਕਹਿਣ ਲੱਗਾ, ਬੇਟਾ ਜਾਓ,
ਸਤਿਗੁਰੂ ਜੀ ਕਹਿਣ ਲੱਗੇ, ਬੇਟਾ ਜਾਓ, ਇਹ ਦੁਸ਼ਟ ਦਮਣੀ ਹੈ, ਪੂਰੇ ਜ਼ੋਰ ਨਾਲ ਬਾਓ ਤੇ ਉਨੀ ਦੇਰ ਬਾਂਦੇ ਰਹੋ ਜਦ ਤੱਕ ਸੂਰਮ ਗਤੀ ਨੂੰ ਪ੍ਰਾਪਤ ਨਹੀਂ ਕਰ ਜਾਂਦੇ। ਕਿਆ ਕਮਾਲ ਤੇਗ ਦੇ ਪਿੱਛੇ ਸਾਡਾ ਇਤਿਹਾਸ ਛੁਪਿਆ ਹੋਇਆ ਹੈ। ਜਿਸ ਨੂੰ ਤੇਗ ਫਤਿਹ ਦੀ ਅਸੀਂ ਗੱਲ ਕਰਦੇ ਹਾਂ, ਇਹਦੇ ਪਿੱਛੇ ਇੱਕ ਬੜਾ ਵੱਡਾ ਇਤਿਹਾਸ ਹੈ। ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਦਾ ਇੱਕ ਵੱਡਾ ਇਤਿਹਾਸ ਸਾਡੇ ਵਿੱਚ, ਪਰ ਦੋਨਾਂ ਕਿਰਪਾਨਾਂ ਦਾ ਆਪਣਾ ਆਪਣਾ ਮਹੱਤਵ ਹੈ। ਹਰਗੋਬਿੰਦਪੁਰੇ ਦੀ ਲੜਾਈ ਦੇ ਵਿੱਚ 6ਵੇਂ ਪਾਤਸ਼ਾਹ ਦੇ ਸਮੇਂ ਕਹਿੰਦੇ ਨੇ ਲੜਦੇ ਲੜਦੇ ਗੁਰੂ ਹਰਗੋਬਿੰਦ ਮਹਾਰਾਜ ਦੀ ਕਿਰਪਾਨ ਟੁੱਟ ਗਈ। ਬਾਬਾ ਬੁੱਢਾ ਜੀ ਨੇ ਸਕੂਲੋਂ ਸੁਭਾ ਦਿੱਤਾ, ਮਹਾਰਾਜ ਦੂਸਰੀ ਕਿਰਪਾਨ ਪੀਰੀ ਦੀ ਕੱਢ ਲਓ। ਤਾਂ ਸਤਿਗੁਰਾਂ ਦੇ ਅੱਗੋਂ ਸਿਰ ਹਿਲਾ ਕੇ ਨਾਹ ਵਿੱਚ ਉਤਰ ਦਿੱਤਾ। ਕਹਿਣ ਲੱਗੇ, ਪੀਰੀ ਦੀ ਕਿਰਪਾਨ ਦੁਸ਼ਟਾਂ ਦਾ ਸੰਘਾਰ ਕਰਦੀ ਹੈ, ਮੀਰੀ ਦੀ ਕਿਰਪਾਨ ਦੁਸ਼ਟਾਂ ਦਾ ਸ਼ਿੰਗਾਰ ਕਰਦੀ ਹੈ, ਪਰ ਪੀਰੀ ਦੀ ਕਿਰਪਾਨ ਉਦੋਂ ਵੀ ਗਾਤਰੇ ਵਿੱਚ ਰਹਿੰਦੀ ਹੈ। ਮੀਰੀ ਦੀ ਖੜਗ ਵਿੱਚ ਉਦਾਰ ਹਿੱਤ ਨਿਕਲਦੀ ਹੈ। ਕਿਆ ਕਮਾਲ ਦੇ ਬੋਲ ਪਾਤਸ਼ਾਹ ਸਾਨੂੰ ਜੀਵਨ ਜਾਚ ਸਮਝਾਉਂਦੇ ਹਨ। ਪੀਰੀ ਦੀ ਖੜਗ ਇੱਕ ਨੈਤਿਕਤਾ ਹੈ, ਅੰਦਰਲੇ ਗੁਣਾਂ ਦੀ ਪ੍ਰਤੀਕ ਹੈ। ਜਿਹੜੀ ਪੀੜੀ ਦੀ ਤੇਗ ਅੰਦਰਲੇ ਗੁਣਾਂ ਦੀ ਪ੍ਰਤੀਕ ਹੈ, ਜਿਸ ਨਾਲ ਅੰਦਰਲੇ ਦੁਸ਼ਮਣਾਂ ਨੂੰ ਮਾਰਨਾ ਹੈ। ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਨਾ ਮਾਰਿਆ, ਉਹ ਸੂਰਮਾ ਹੈ ਜਿਹੜਾ ਪੀਰੀ ਦੀ ਤੇਗ ਦੇ ਨਾਲ ਅੰਦਰੋਂ ਹੰਕਾਰ ਵਰਗੇ ਦੁਸ਼ਟ ਨੂੰ ਮਾਰ ਦਿੰਦਾ ਹੈ, ਜੋ ਮਨੁੱਖ ਦਾ ਸਭ ਤੋਂ ਵੱਡਾ ਵੈਰੀ ਹੈ, ਹੰਕਾਰ। ਇਹ ਪੀਰੀ ਦੀ ਤੇਗ ਨਾਲ ਉਸ ਨੂੰ ਮਾਰਿਆ ਜਾਂਦਾ ਹੈ। ਪੀਰੀ ਦੀ ਤੇਗ ਅੰਦਰ ਨੂੰ ਮਜ਼ਬੂਤ ਕਰਨ ਲਈ ਚੱਲਦੀ ਹੈ। ਪੀਰੀ ਦੀ ਤੇਗ ਅੰਦਰਲੇ ਦੁਸ਼ਮਣਾਂ ਦੇ ਉੱਤੇ ਫਤਿਹ ਪਾਉਣ ਲਈ ਚੱਲਦੀ ਹੈ, ਤੇ ਮੇਰੀ ਤੇਗ ਜ਼ਰਵਾਨੇ ਦੇ ਉੱਤੇ ਚੱਲਦੀ ਹੈ। ਇਹ ਉਹਨਾਂ ਜ਼ੁਲਮ ਕਰਨ ਵਾਲੇ ਰਾਜਿਆਂ ਦੇ ਉੱਤੇ ਚੱਲਦੀ ਹੈ ਜਿਨ੍ਹਾਂ ਨੇ ਮਨੁੱਖਤਾ ਦਾ ਸੰਘਾਰ ਕੀਤਾ ਹੈ, ਉਹਨਾਂ ਤੇ ਚੱਲਦੀ ਹੈ। ਖਾਲਸੇ ਦੀ ਤੇਗ ਜਿਹੜੀ ਮੀਰੀ ਪੀਰੀ ਦਾ ਬਿਰਧ ਹੈ ਦਾ, ਜਿਨ੍ਹਾਂ ਨੇ ਇਸ ਬਿਰਧ ਦੀ ਪਾਲਣਾ ਕੀਤੀ ਹੈ, ਉਹਨਾਂ ਦਾ ਫਿਰ ਬਿਰਧ ਕੀ ਪੈਜ ਕਹਿ ਕੇ ਉਹਨਾਂ ਨੇ ਧਰਮ ਦਾ ਜੀਵਨ ਜੀਇਆ ਹੈ, ਅਕਾਲ ਦੀ ਪੂਜਾ ਕੀਤੀ ਹੈ। ਉਹਨਾਂ ਨੇ ਪੂਜਾ ਅਕਾਲ ਕੀ ਪਰਜਾ ਸ਼ਬਦ ਦਾ ਦੀਦਾਰ ਖਾਲਸੇ ਦੇ ਸਿਧਾਂਤ ਤੇ ਪਹਿਰਾ ਦਿੱਤਾ ਹੈ। ਖਿਆਲ ਕਰਨਾ, ਕੁਰਬਾਨੀ ਇੱਕ ਬੜੀ ਵੱਡੀ ਬਹਾਦਰੀ ਹੈ, ਪਰ ਜ਼ਿੰਦਗੀ ਜਦੋਂ ਮੌਤ ਨਾਲੋਂ ਵੱਧ ਭਿਆਨਕ ਹੋ ਜਾਏ, ਡਰਾਉਣੀ ਹੋ ਜਾਏ, ਫਿਰ ਆਤਮਾ ਵਿੱਚ ਫੁਲਾਦ ਉਗਾ ਕੇ ਜਿਉਣਾ ਸਿਰ ਦੇਣ ਨਾਲੋਂ ਵੀ ਵੱਡੀ ਬਹਾਦਰੀ ਰੱਖਦਾ ਹੈ। ਅੰਦਰਲੀ ਜਿਹੜੀ ਤੇਗ ਦੀ, ਮੈਂ ਅੰਦਰਲੀ ਤੇਗ ਦੀ ਗੱਲ ਕਰ ਰਿਹਾ ਹਾਂ। ਜਦੋਂ ਜ਼ੁਲਮ ਦੀ ਤੇਗ ਗਾਤਰੇ ਵਿੱਚੋਂ ਨਿਕਲ ਕੇ ਬਹੁਤ ਭੂਤਰੀ ਫਿਰਦੀ ਹੈ, ਗਾਤਰੇ ਵਿੱਚੋਂ ਬਾਹਰ ਆ ਕੇ ਜਦੋਂ ਪਰਜਾ ਦੇ ਉੱਤੇ ਜ਼ੁਲਮ ਕਰਨ ਲਈ ਤੁਰੀ ਫਿਰਦੀ ਹੈ, ਤਾਂ ਫਿਰ ਸਿੱਖ ਦੀ ਤੇਗ ਉਨੀ ਦੇਰ ਚੱਲਦੀ ਹੈ ਜਦ ਤੱਕ ਉਹਦੀ ਤੇਗ ਉਹਦੇ ਗਾਤਰੇ ਵਿੱਚ ਨਹੀਂ ਪੈ ਜਾਂਦੀ, ਉਹਦੀ ਮਿਆਨ ਵਿੱਚ ਨਹੀਂ ਪੈ ਜਾਂਦੀ, ਉਨੀ ਦੇਰ ਚੱਲਦੀ ਹੈ। ਇਹ ਤਾਂ ਧਰਮ ਦੀ ਤੇਗ ਉਨੀ ਦੇਰ ਚੱਲਣੀ ਹੈ ਜਦ ਤੱਕ ਅਧਰਮੀ ਧਰਮ ਨੂੰ ਮਖੌਲ ਸਮਝਦਾ ਹੈ। ਸਿੱਖਾਂ ਦੀ ਸ਼ਬਦਾਵਲੀ ਵਿੱਚ ਇਸ ਤੇਗ ਨੂੰ ਕਿਰਪਾ ਆਮ ਲਫ਼ਜ਼ ਵੀ ਵਰਤਿਆ ਗਿਆ ਹੈ। ਇਹੋ ਹੀ ਕਿਰਪਾ ਹੈ, ਜੋੜਦੀ ਹੈ ਆਨ ਦੀ ਰਾਖੀ ਲਈ। ਇਹੋ ਕਿਰਪਾ ਹੈ, ਕਿਰਪਾ ਆਨ ਦੀ ਰਾਖੀ ਲਈ ਜਦੋਂ ਉੱਠਦੀ ਹੈ। ਜਿਨ੍ਹਾਂ ਸੂਰਬੀਰਾਂ ਨੇ, ਬਹਾਦਰਾਂ ਨੇ ਧਰਮ ਦੀ ਰਾਖੀ ਲਈ, ਦੀਨਾਂ ਦੀ ਪ੍ਰਤਪਾਲਣਾ ਲਈ, ਦਿਲਾਂ ਦੀ ਪ੍ਰਤਪਾਲਣਾ ਦੀ ਖਾਤਰ, ਅਨਿਆਂ ਨੂੰ, ਧੱਕੇ ਨੂੰ ਜੋ ਦੂਰ ਕਰਨ ਲਈ, ਮਜ਼ਲੂਮਾਂ ਦੀ ਸਹਾਇਤਾ ਕਰਨ ਲਈ ਤੇਗ ਵਾਹੀ, ਉਹਨਾਂ ਨੂੰ ਅਸੀਂ ਨੇਤਰ ਅਰਦਾਸ ਵਿੱਚ ਯਾਦ ਕਰਦੇ ਹਾਂ। ਉਹਨਾਂ ਸੂਰਬੀਰਾਂ ਦੀ ਇਹ ਯਾਦ ਹੈ, ਉਹਨਾਂ ਦੀ ਨਿਡਰਤਾ ਹੈ, ਉਹਨਾਂ ਦੀ ਉਦਾਰਤਾ ਹੈ,
ਤੇ ਉਦਾਰਤਾ ਭਰੀ ਸੂਰਮ ਗਤੀ ਦੀ ਪ੍ਰੇਰਨਾ ਜਿਹੜੀ ਹੈ ਇਹ ਸ਼ਬਦਾਵਲੀ ਵਿੱਚ ਛੁਪੀ ਹੋਈ ਹੈ। ਕਿਹੜੀ? ਦੇਗ ਤੇਗ ਫਤਿਹ। ਇਹ ਤੇਗ ਦੀ ਫਤਿਹ ਤੇ ਦੇਗ ਦੀ ਫਤਿਹ ਸਿੱਖ ਦੇ ਘਰ ਵਿੱਚ ਆਏ ਹੋਏ ਮਹਿਮਾਨ ਲਈ ਦੇਗ ਔਰ ਸਿਰ ਫੁਰੇ ਹੋਏ ਆਕੀ ਲਈ ਤੇਗ ਹਮੇਸ਼ਾ ਹੀ ਤਿਆਰ ਰਹਿਣੀ ਚਾਹੀਦੀ ਹੈ। ਇੱਥੇ ਦੇਗ ਤੇਗ ਫਤਿਹ ਦੀ ਗੱਲ ਦੇ ਜਿਹੜੀ ਸਿਧਾਂਤ ਹੈ ਉਹ ਸਾਡੇ ਸਾਹਮਣੇ ਇਹ ਰੱਖਿਆ ਗਿਆ। ਦੇਖ ਕੇ ਅੰਡਿਠ ਕੀਤਾ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਦੇਖੋ, ਦੇਖ ਕੇ ਅੰਡਿਠ ਕੀਤਾ ਦਾ ਇੱਕ ਬੜਾ ਸਾਡੇ ਕੋਲ ਦੇਖ ਕੇ ਅੰਡਿਠ ਕਰਨਾ ਕੋਈ ਸੌਖੀ ਗੱਲ ਨਹੀਂ, ਬੜੀ ਔਖੀ ਘਾਟੀ ਹੈ। ਗੁਰਬਾਣੀ ਦੇ ਵਿੱਚ ਇਹ ਦੇਖ ਕੇ ਅੰਡਿਠ ਕਰਨ ਦੀ ਬੜੀ ਘਾਟ ਘੜਨ ਦੀ ਗੱਲ ਕੀਤੀ ਗਈ। ਸਤਿਗੁਰੂ ਕਹਿੰਦੇ ਦੂਜਿਆਂ ਦੇ ਔਗਣ ਨਾ ਚਿਤਾਰਨੇ, ਅੱਖੋਂ ਓਲੇ ਕਰ ਦੇਣੇ ਕੋਈ ਛੋਟੀ ਗੱਲ ਨਹੀਂ ਹੈ। ਮਨੁੱਖੀ ਸੁਭਾਅ ਵਿੱਚ ਬੜੀ ਵੱਡੀ ਤਬਦੀਲੀ ਚਾਹੀਦੀ ਹੈ। ਦੂਜਿਆਂ ਦੇ ਔਗਣਾਂ ਨੂੰ ਨਾ ਚਿਤਾਰਨਾ। ਸਾਡਾ ਸੁਭਾਅ ਬੜਾ ਚੰਚਲ ਹੈ। ਛੋਟੀ ਜੀ ਕਿਸੇ ਦੇ ਨੁਕਸ ਨੂੰ ਅਸੀਂ ਬਹੁਤ ਵੱਡਾ ਕਰਕੇ ਦਰਸਾਉਂਦੇ ਹਾਂ। ਜਦੋਂ ਔਗਣਾਂ ਦੀ ਗੱਲ ਹੋਵੇ ਉਦੋਂ ਦੂਜੇ ਦੇ ਔਗਣ ਨਜ਼ਰ ਆਉਂਦੇ ਹਨ। ਜਦੋਂ ਗੁਣਾਂ ਦੀ ਗੱਲ ਕਰੀਏ ਸਾਨੂੰ ਆਪਣੇ ਗੁਣ ਨਜ਼ਰ ਆਉਂਦੇ ਨੇ। ਪਰ ਖਿਆਲ ਕਰਨਾ, ਇਹ ਮਨੁੱਖੀ ਸਰੀਰ ਗੁਣ ਤੇ ਔਗਣ ਦੋਨਾਂ ਨਾਲ ਭਰਿਆ ਹੋਇਆ ਹੈ। ਮਤ ਸਮਝਣਾ ਕਿ ਮੇਰੇ ਵਿੱਚ ਇਕੱਲੇ ਗੁਣ ਹੀ ਗੁਣ ਹਨ ਤੇ ਦੂਜੇ ਵਿੱਚ ਕੇਵਲ ਔਗਣ ਹੀ ਔਗਣ ਹਨ। ਤੇ ਗੁਰੂ ਪਾਤਸ਼ਾਹ ਜੀ ਨੇ ਦੀ ਗੁਰਬਾਣੀ ਨੇ ਜਿਹੜੀ ਗੱਲ ਸਾਨੂੰ ਸਮਝਾਈ ਵੀ ਦੂਜੇ ਦੇ ਔਗਣਾਂ ਨੂੰ ਨਾ ਚਿਤਾਰਨਾ, ਅੱਖੋਂ ਓਲੇ ਕਰ ਦੇਣਾ, ਭਾਵ ਦੇਖ ਕੇ ਅੰਡਿਠ ਕਰ ਦੇਣਾ। ਇਹਨੂੰ ਦੇਖ ਕੇ ਅੰਡਿਠ ਲਫ਼ਜ਼ ਬੋਲਿਆ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਨੇ ਸਾਨੂੰ ਇਹ ਗੱਲ ਸਮਝਾਈ ਹੈ, ਗੁਨਾਹ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੇ। ਸਾਂਝ ਕਰੀਜੇ ਗੁਨਾਹ ਕੇਰੀ ਛਾੜ ਅਵਗਨ ਚੱਲੀਏ। ਗੁਨਾਹ ਨਾਲ ਸਾਂਝ ਬਣਾਉਣੀ, ਸਾਡੀ ਸਾਂਝ ਗੁਨਾਹ ਦੀ ਹੈ। ਹਰ ਵਿਅਕਤੀ ਵਿੱਚ ਔਗਣ ਹਨ। ਮੈਂ ਬਾਰ-ਬਾਰ ਇੱਕ ਬੇਨਤੀ ਕਰ ਰਿਹਾ ਹਾਂ, ਕਿਸੇ 'ਚ ਘੱਟ ਹੋਣਗੇ, ਕਿਸੇ ਵਿੱਚ ਜ਼ਿਆਦਾ ਹੋਣਗੇ। ਇਹ ਮਨੁੱਖੀ ਜੀਵਨ ਦੇ ਛੇਕ ਹਨ, ਜਿਨ੍ਹਾਂ ਵਿੱਚ ਕਿਸੇ 'ਚ ਘੱਟ ਛੇਕ ਹਨ, ਕਿਸੇ 'ਚ ਵੱਧ ਛੇਕ ਹਨ। ਜੇ ਜਿਸ ਦਾ ਇਹ ਛੇਕ ਨਹੀਂ ਹੈ ਉਹ ਫਿਰ ਗੁਰੂ ਵਰਗਾ ਬਣ ਜਾਂਦਾ ਹੈ। ਤੇ ਉਹ ਕੌਣ? ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਾ, ਉਹ ਹਨ। ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਉਹ ਮਨੁੱਖ ਹਨ ਜਿਨ੍ਹਾਂ ਦੇ ਵਿੱਚ ਛੇਕ ਨਹੀਂ ਹੁੰਦਾ, ਪਰ ਦੂਜਿਆਂ ਦੇ ਅੱਗਣ ਦੇਖ ਕੇ ਉਹਨਾਂ ਨੂੰ ਡਿੱਠ ਕਰਨ ਵਾਲਾ ਇੱਕ ਕੀਮਤੀ ਗੁਣ, ਅਮੋਲਕ ਗੁਣ ਸਾਨੂੰ ਅਕਾਲ ਪੁਰਖ ਦੀ ਨਜ਼ਰ ਤੋਂ, ਦ੍ਰਿਸ਼ਟੀ ਤੋਂ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਅਕਾਲ ਪੁਰਖ ਦੀ ਬਖਸ਼ਿਸ਼ ਲਈ ਅਸੀਂ ਜੇ ਅਰਦਾਸ ਕਰਦੇ ਹਾਂ, ਔਰ ਅਰਦਾਸ ਵਿੱਚ ਅਸੀਂ ਦੇਖ ਕੇ ਡਿੱਠ ਕਰਨ ਦੀ ਗੱਲ ਰੋਜ਼ ਮੰਗਦੇ ਹਾਂ, ਮੰਗਦੇ ਵੀ ਹਾਂ ਤੇ ਉਹਨਾਂ ਨੂੰ ਯਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਇਸ ਵਧੀਕੀਆਂ ਨੂੰ ਜਰਦਿਆਂ ਹੋਇਆ ਵੀ ਆਪਣੇ ਧਰਮ ਤੋਂ ਮੂੰਹ ਨਹੀਂ ਸੀ ਮੋੜਿਆ। ਅਰਦਾਸ ਵੀ ਯਾਦ ਕਰਦੇ ਹਾਂ। ਕਿਉਂ? ਪ੍ਰਮਾਤਮਾ ਜਿਹੜਾ ਹੈ ਉਹਦੇ ਸੁਭਾਅ ਵਿੱਚ, ਉਹਦੇ ਬਿਰਧ ਵਿੱਚ ਔਗਣ ਦੇਖਣੇ ਨਹੀਂ ਹਨ। ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ। ਉਹ ਔਗਣਾਂ ਨੂੰ ਚਿਤਾਰਦਾ ਨਹੀਂ ਹੈ, ਤੇ ਜਿਉਂ ਨਹੀਂ ਚਿਤਾਰਦਾ, ਸਾਨੂੰ ਕਿਹਨੇ ਹੱਕ ਦਿੱਤਾ ਦੂਜੇ ਦੇ ਔਗਣ ਚਿਤਾਰਨ ਦਾ? ਜੇ ਅਸੀਂ ਉਹਦੀ ਅੰਸ਼ ਹਾਂ, ਜੇ ਅਸੀਂ ਉਹਦੀ ਅੰਸ਼ ਆਪਣੇ ਆਪ ਨੂੰ ਸਮਝਦੇ ਹਾਂ, ਤੇ ਸਾਨੂੰ ਇਹ ਹੱਕ ਕਿਸ ਨੇ ਦੇ ਦਿੱਤਾ ਕਿ ਅਸੀਂ ਉਹਦੇ ਔਗਣਾਂ ਨੂੰ ਚਿਤਾਰੀਏ? ਉਹ ਬਿਨਾਂ ਔਗਣ ਦੇਖਦੇ ਹੋਇਆ ਹੀ, ਤੇ ਸਤਿਗੁਰੂ ਜੀ ਕਹਿੰਦੇ ਨੇ ਮੂੰਹ ਮੰਗਾ ਸੋਈ ਦੇਵ ਦਾ, ਹਰ ਪਿਤਾ ਸੁਖਦਾਇਕ। ਉਹ ਤਾਂ ਜੋ ਮੈਂ ਮੰਗਦਾ ਮੇਰੇ ਔਗਣ ਨਹੀਂ ਦੇਖਦਾ, ਦਿੰਦਾ ਹੈ, ਦੇ ਰਿਹਾ ਹੈ। ਕਿਸੇ ਮਨੁੱਖ ਦੇ ਗੁਣ ਵੇਖ ਕੇ ਉਹਦੇ ਨਾਲ ਈਰਖਾ ਕਰਨੀ,
ਜਾਂ ਉਸ ਦਾ ਬੁਰਾ ਚਿਤਵਨਾ, ਇਹ ਨਿੰਦਕ ਦੀ ਨਿਸ਼ਾਨੀ ਹੈ। ਜਦੋਂ ਸੋਨੇ ਨੂੰ ਲੋਹਾ ਕਰਕੇ ਪ੍ਰਗਟ ਕਰਨਾ ਇਹ ਨਿੰਦਾ ਹੈ, ਤੇ ਲੋਹੇ ਨੂੰ ਸੋਨਾ ਕਰਕੇ ਪ੍ਰਗਟ ਕਰਨਾ ਉਸਤਤ ਹੈ। ਜਿਹਨਾਂ ਨੇ ਦੇਖ ਕੇ ਨਿੰਦਕ ਕੀਤਾ ਉਹ ਇਹਨਾਂ ਦੋਨਾਂ ਚੀਜ਼ਾਂ ਤੋਂ ਉੱਪਰ ਸਨ। ਕਿਉਂ? ਕਿ ਨਿੰਦਕ ਦਾ ਸੁਭਾਅ ਹੈ, ਜੋ ਦੇਖੇ ਛਿਦਰ ਤੋਂ ਨਿੰਦਕ ਉਮਾ ਹੈ। ਨਿੰਦਕ ਦਾ ਸੁਭਾਅ ਹੈ ਤੇ ਭਲੋ ਦੇਖ ਦੁੱਖ ਭਰੀਏ, ਚੰਗੀ ਗੱਲ ਦੇਖ ਕੇ ਅੰਦਰੋਂ ਸੜ ਜਾਂਦਾ। ਕਿਸੇ ਦੇ ਔਗਣਾਂ ਨੂੰ ਦੇਖ ਕੇ ਹੈ ਫੁੱਲ ਜਾਂਦਾ, ਲੈ ਹੁਣ ਮੈਂ ਕਹਾਂਗਾ, ਹੁਣ ਮੈਂ ਸਮਾਜ ਵਿੱਚ ਦੱਸਾਂਗਾ, ਹੁਣ ਮੈਂ ਇਹਦੀ ਬਦਨਾਮੀ ਕਰਾਂਗਾ, ਹੁਣ ਇਹਨੂੰ ਪਤਾ ਲੱਗੇਗਾ। ਪਰ ਜੀਵਨ ਵਿੱਚ ਖਿਮਾ ਵਾਲੇ ਗੁਣਾਂ ਦਾ ਪ੍ਰਵੇਸ਼ ਇਹ ਕੋਈ ਸੌਖੀ ਗੱਲ ਤਾਂ ਹੈ ਨਹੀਂ, ਸਧਾਰਨ ਗੱਲ ਵੀ ਨਹੀਂ ਹੈ। ਪਰ ਖਿਮਾ ਦਾ ਗੁਣ ਦੇਖ ਕੇ ਅਡਿੱਠ ਕਰਨ ਦਾ ਇੱਕ ਹਿੱਸਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਦੀ ਮੱਖਣ ਸ਼ਾਹ ਜਦੋਂ ਗੁਰਲਾਦੋਰੇ ਗੁਰੂ ਲੱਭਿਆ ਗਿਆ, ਪ੍ਰਗਟ ਹੋ ਗਿਆ, ਤੇ ਸ਼ੀਹੇ ਮਸੰਦ ਨੇ ਧੀਰਮਲ ਦੇ ਕਹਿਣ ਤੇ ਸਤਿਗੁਰੂ ਜੀ ਦੇ ਉੱਤੇ ਗੋਲੀ ਚਲਾ ਦਿੱਤੀ। ਗੋਲੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੰਨ ਨੂੰ ਛੂੰਹਦੀ ਹੋਈ, ਹਲਕੀ ਜਿਹੀ ਛੂੰਹਦੀ ਹੋਈ ਅੱਗੇ ਨਿਕਲ ਗਈ। ਭਾਈ ਮੱਖਣ ਸ਼ਾਹ ਸਾਥੀਆਂ ਕੋਲ ਗਿਆ, ਸਾਥੀਆਂ ਸਮੇਤ ਗਿਆ, ਸ਼ੀਸ਼ੇ ਮਸੰਦ ਨੂੰ ਫੜ ਕੇ ਮੁਸ਼ਕਾਂ ਬੰਨ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਆ ਕੇ ਪੇਸ਼ ਕਰ ਦਿੱਤਾ। ਪਾਤਸ਼ਾਹ ਦੱਸੋ ਕੀ ਸਜ਼ਾ ਦਈਏ? ਇਹਨੇ ਗੋਲੀ ਚਲਾਈ ਹੈ। ਗੁਰੂ ਤੇਗ ਬਹਾਦਰ ਸਾਹਿਬ ਮੁਸਕਰਾਏ, ਕਹਿਣ ਲੱਗੇ ਇਹਦੀਆਂ ਮੁਸ਼ਕਾਂ ਖੋਲ ਦਿਓ, ਇਹਨਾਂ ਨੂੰ ਛੱਡ ਦਿਓ, ਇਹਨਾਂ ਨੂੰ ਮਾਫ ਕਰ ਦਿਓ, ਇਹਨਾਂ ਦੀਆਂ ਲਿਆਂਦੀਆਂ ਹੋਈਆਂ ਵਸਤਾਂ ਵੀ ਇਹਨਾਂ ਨੂੰ ਵਾਪਸ ਕਰ ਦਿਓ। ਤੇ ਸਿੱਖਾਂ ਨੇ ਸਵਾਲ ਕੀਤਾ, ਪਾਤਸ਼ਾਹ ਇਹ ਤੁਹਾਡੇ ਤੇ ਗੋਲੀ ਚਲਾਉਣ ਵਾਲਾ ਹੈ। ਕਹਿਣ ਲੱਗੇ ਕਿਸੇ ਦੀ ਵਧੀਕੀ ਨੂੰ ਜਰ ਜਾਣਾ ਔਰ ਕਿਸੇ ਦੇ ਗੁਨਾਹ ਨੂੰ ਮਾਫ ਕਰ ਦੇਣਾ ਸਭ ਤੋਂ ਵੱਡੀ ਸੁਰਮੁਖਤਾ ਹੁੰਦੀ ਹੈ। ਇਹ ਦੇਖ ਕੇ ਅਡਿੱਠ ਕਰਨ ਦੀ ਕਹਾਣੀ ਹੈ ਜਿਹੜੀ ਸਾਨੂੰ ਇਤਿਹਾਸ ਵਿੱਚੋਂ ਮਿਲਦੀ ਹੈ। ਖਿਆਲ ਕਰਨਾ ਇਹ ਗੁਣ ਪੈਦਾ ਕਿੱਥੋਂ ਹੁੰਦੇ ਨੇ? ਜਦੋਂ ਅਸੀਂ ਆਪਣੇ ਔਗਣਾਂ ਦੇ ਉੱਤੇ ਪਛਤਾਤਾਪ ਕਰੀਏ, ਫਿਰ ਖਿਮਾ ਤੇ ਧੀਰਜ ਵਾਲੇ ਅੰਦਰ ਗੁਣ ਪੈਦਾ ਹੁੰਦੇ ਹਨ। ਪਹਿਲਾਂ ਗੁਣਾ ਆਪਣੇ ਔਗਣਾਂ ਦਾ ਅਹਿਸਾਸ ਹੋਵੇ। ਇਹ ਜਿਹੜੀ ਫਿਲਾਸਫੀ ਹੈ ਨਾ, ਦੇਖ ਕੇ ਡਿੱਠ ਕੀਤਾ, ਛੋਟੀ ਜਿਹੀ ਫਿਲਾਸਫੀ ਨਹੀਂ ਹੈ। ਇਸ ਫਿਲਾਸਫੀ ਵਿੱਚ ਆਪਣੇ ਔਗਣ ਵੇਖਣੇ ਹਨ, ਦੂਜੇ ਦੇ ਗੁਣ ਵੇਖਣੇ ਹਨ, ਤੇ ਆਪਣੇ ਔਗਣਾਂ ਦੇ ਵਿੱਚੋਂ ਉਹਨਾਂ ਦਾ ਪਛਤਾਤਾਪ ਕਰਨਾ ਸਿੱਖਣਾ ਹੈ, ਉਹਦਾ ਪਛਤਾਵਾ ਸਿੱਖਣਾ ਹੈ। ਜਦੋਂ ਔਗਣਾਂ ਤੇ ਪਾਪਾਂ ਦੇ ਕੀਤੇ ਹੋਏ ਗੁਨਾਹਾਂ ਦੇ ਪਛਤਾਤਾਪ ਅਸੀਂ ਕਰਾਂਗੇ ਤੇ ਅੰਦਰ ਧੀਰਜ ਵਾਲੇ ਗੁਣ ਆ ਕੇ ਵਸ ਜਾਂਦੇ ਹਨ। ਜਦੋਂ ਸੱਜਣ ਨੇ ਗੁਰੂ ਨਾਨਕ ਦੇ ਅੱਗੇ ਪਛਤਾਤਾਪ ਕੀਤਾ ਆਪਣੇ ਕੀਤੇ ਹੋਏ ਗੁਨਾਹਾਂ ਦਾ, ਕੀਤੀਆਂ ਹੋਈਆਂ ਗਲਤੀਆਂ ਦਾ, ਮਾਰੀਆਂ ਹੋਈਆਂ ਠੱਗੀਆਂ ਦਾ, ਤੇ ਗੁਰੂ ਨਾਨਕ ਨੇ ਉਹਨੂੰ ਸਿੱਖੀ ਦੀ ਦਾਤ ਬਖਸ਼ ਦਿੱਤੀ, ਅੰਦਰ ਧੀਰਜ ਲਿਆ ਟਿਕਾ ਦਿੱਤਾ। ਉਹ ਸੱਜਣ ਜਿਹੜਾ ਠੱਗ ਸੀ ਅੱਜ ਸੱਜਣ ਸ਼ੇਖ ਬਣਿਆ, ਸ਼ੇਖ ਸੱਜਣ ਪ੍ਰਚਾਰਕ ਬਣਿਆ। ਕਿਉਂ? ਗੁਰੂ ਨਾਨਕ ਦੀ ਨਜ਼ਰ ਨਾਲ ਔਗਣਾਂ ਦਾ ਤਿਆਗ ਹੋ ਗਿਆ ਸੀ। ਦੇਖ ਕੇ ਡਿੱਠ ਵਿੱਚ ਜਦ ਤੱਕ ਸਾਡੇ ਅੰਦਰ ਇਹ ਗੁਣ ਨਹੀਂ ਹੁੰਦੇ, ਉਦੋਂ ਤੱਕ ਅਸੀਂ ਇਹ ਦੇਖ ਕੇ ਅਡਿੱਠ ਕਰਨ ਵਾਲਾ ਜਿਹੜਾ ਵਾਕ ਹੈ ਇਹਨੂੰ ਵੀ ਧਾਰਨ ਨਹੀਂ ਕਰ ਸਕਦੇ। ਪਰ ਖਿਆਲ ਕਰਨਾ, ਗੁਰਬਾਣੀ ਨੇ ਇੱਕ ਬੜਾ ਸੁੰਦਰ ਉਪਦੇਸ਼ ਦਿੱਤਾ ਹੈ, ਬੜੀ ਸੁੰਦਰ ਗਵਾਹੀ ਦਿੱਤੀ ਹੈ। ਕਹਿੰਦੇ ਨੇ ਖਿਮਾ ਵਿਹੂਣੇ ਖੱਪ ਗਏ ਖੂਹਣ ਲੱਖ ਅਸੰਖ, ਗੰਤ ਨਾ ਆਵੇ ਕਿਉਂ ਗਣੀ ਖੱਪ ਖੱਪ ਹੋਏ ਬਸੰਖ। ਖਿਮਾ ਵਿਹੂਣੇ, ਜਿਨ੍ਹਾਂ ਨੂੰ ਇਹ ਗੱਲ ਆਈ ਨਹੀਂ, ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਈ, ਉਹ ਖੱਪ ਗਏ। ਇੱਕ ਬੜੀ ਪਿਆਰੀ ਲੋਕ ਕਥਾ ਵੀ ਹੈ, ਵੇਖ ਕੇ ਡਿੱਠ ਕਰਨ ਦਾ, ਜਿਹੜੀ ਬੜੀ ਸੁੰਦਰ ਦ੍ਰਿਸ਼ਟਾਂਤ ਜਿਹਾ ਪ੍ਰਗਟ ਕਰਦੀ ਹੈ। ਦੱਸਦੇ ਨੇ, ਲਿਖਿਆ ਜਾਂਦਾ ਹੈ, ਲੋਕ ਗਾਥਾ ਹੈ, ਅਸਲੀਅਤ ਹੈ ਕਿ ਨਹੀਂ ਇਹਦੇ 'ਚ ਕੋਈ ਮਤਲਬ ਨਹੀਂ, ਸਿਰਫ ਕਿ ਲੋਕ ਗਾਥਾ ਬਣੀ ਹੋਈ ਹੈ। ਇੱਕ ਰਾਜੇ ਦੀ ਰਾਣੀ ਬੜੀ ਚੰਚਲ ਸੁਭਾਅ ਵਾਲੀ ਸੀ।
ਰਾਜੇ ਦੇ ਵਜ਼ੀਰ ਨਾਲ ਉਸ ਦੇ ਸੰਬੰਧ ਸਨ। ਇੱਕ ਵਾਰ ਰਾਜਾ ਸ਼ਿਕਾਰ ਤੇ ਗਿਆ ਤਾਂ ਰਾਣੀ ਰਾਜ ਮਹਿਲ ਦੇ ਵਿੱਚ ਆਪਣੇ ਵਜ਼ੀਰ ਦੇ ਨਾਲ, ਰਾਜੇ ਦੇ ਵਜ਼ੀਰ ਦੇ ਨਾਲ ਰੰਗ ਰਲੀਆਂ ਮਨਾਉਣ ਲੱਗ ਪਈ। ਰਾਜੇ ਨੂੰ ਬਾਹਰ ਗਿਆ ਜਾਣ ਕੇ ਵੀ ਰਾਜਾ ਅੱਜ ਘਰ 'ਚ ਨਹੀਂ, ਦੋਨੇ ਉੱਥੇ ਹੀ ਸੌਂ ਗਏ। ਪਰ ਰਾਜਾ ਸਮੇਂ ਤੋਂ ਪਹਿਲਾਂ ਸੀ ਵਾਪਸ ਆ ਗਿਆ। ਮਹਿਲ 'ਚ ਪਹੁੰਚਾ, ਦੋਨਾਂ ਨੂੰ ਸੇਜ ਦੇ ਉੱਤੇ ਸੁੱਤੇ ਹੋਏ ਵੇਖਿਆ। ਰਾਣੀ ਦੇ ਢਿੱਲੇ ਹੋਏ ਬਸਤਰ ਵੇਖੇ। ਉੱਥੋਂ ਸਾਰੀ ਕਹਾਣੀ ਰਾਜੇ ਨੂੰ ਸਮਝ ਆ ਗਈ। ਰਾਜੇ ਨੇ ਆਪਣੀ ਚਾਦਰ ਲਾਈ, ਹੌਲੀ ਜਿਹੀ ਉਹਨਾਂ ਦੋਨਾਂ ਦੇ ਉੱਤੇ ਪਾ ਦਿੱਤੀ ਤੇ ਆਪ ਉੱਥੋਂ ਚਲਾ ਗਿਆ। ਤੜਕੇ ਜਦੋਂ ਦੋਨੇ ਜਾਗੇ ਤਾਂ ਰਾਜੇ ਦੀ ਚਾਦਰ ਆਪਣੇ ਉੱਪਰ ਪਈ ਵੇਖ ਕੇ ਬੜਾ ਅਚੰਭਾ ਜਿਹਾ ਹੋਰ ਬੜੇ ਡਰ ਗਏ, ਤਰਬਕ ਗਏ। ਪਰ ਰਾਜਾ ਨੇ ਇਸ ਬਾਰੇ ਰਾਣੀ ਨੂੰ ਕੁਝ ਨਹੀਂ ਪੁੱਛਿਆ, ਨਾ ਵਜ਼ੀਰ ਨੂੰ ਕੁਝ ਗਿਆ। ਕੁਝ ਸਮਾਂ ਬੀਤ ਗਿਆ। ਰਾਜੇ ਨੇ ਆਪਣੇ ਜੀਵਨ ਵਿੱਚ ਥੋੜਾ ਜਿਹਾ ਭੋਰਾ ਜਿਹਾ ਕਹਿੰਦੇ ਉਹ ਵੀ ਕਦੀ ਨਹੀਂ ਜਨਾਇਆ ਵੀ ਕੀ ਬੀਤਿਆ ਸੀ, ਕੀ ਹੋਇਆ ਸੀ। ਕਈ ਸਾਲਾਂ ਬਾਅਦ ਇੱਕ ਦਿਨ ਰਾਜਾ ਬਿਮਾਰ ਪੈ ਗਿਆ। ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ। ਰਾਜੇ ਨੇ ਸਭ ਨੂੰ ਸਦਵਾ ਕੇ ਇਹ ਹੁਕਮ ਲਾ ਦਿੱਤਾ ਕਿ ਉਸ ਤੋਂ ਮਗਰੋਂ ਰਾਜ ਦੀ ਮਾਲਕ ਉਹਦੀ ਰਾਣੀ ਹੋਵੇਗੀ। ਇਹ ਸੁਣਦਿਆਂ ਤਾਂ ਰਾਣੀ ਕਹਿੰਦੇ ਨੇ ਢਾਹਾਂ ਮਾਰ ਕੇ ਰੋ ਪਈ। ਰਾਜੇ ਨੇ ਉਹਨੂੰ ਹੌਸਲਾ ਦਿੱਤਾ, ਰਾਣੀ ਤੂੰ ਰੋਂਦੀ ਕਿਉਂ ਹੈ? ਤੇਰੇ ਪਾਸ ਸਾਰਾ ਰਾਜ ਅਧਿਕਾਰ ਹੋਵੇਗਾ, ਹੁਕਮ ਹਾਸਲ ਹੋਵੇਗਾ, ਨੌਕਰ ਚਾਕਰ ਹੋਣਗੇ, ਤੇਰੀ ਔਲਾਦ ਚੰਗੀ ਹੈ, ਤੈਨੂੰ ਕੋਈ ਘਾਟਾ ਨਹੀਂ ਪਵੇਗਾ। ਤੂੰ ਕਿਉਂ ਇੰਨਾ ਉਦਾਸ, ਇੰਨਾ ਵਿਆਕੁਲ ਹੋ ਗਈ, ਇੰਨਾ ਵਿਰਾਗ ਕਿਉਂ ਕਰ ਰਹੀ ਹੈ, ਕਿਉਂ ਢਾਹਾਂ ਮਾਰ ਕੇ ਰੋਣੀ ਹੈ? ਰਾਣੀ ਹੋਰ ਵੀ ਉੱਚੀ ਰੋਣ ਲੱਗ ਪਈ। ਕਹਿਣ ਲੱਗੀ, ਰਾਜਨ ਮੇਰੇ ਪਾਸ ਹੋਰ ਤਾਂ ਸਭ ਕੁਝ ਹੋਵੇਗਾ, ਪਰ ਇਸ ਅਭਾਗਨ ਦੇ ਕਰਮਾਂ ਦੇ ਉੱਪਰ, ਮਾੜੇ ਕਰਮਾਂ ਦੇ ਉੱਪਰ ਚਾਦਰ ਪਾਉਣ ਵਾਲਾ ਕੋਈ ਨਹੀਂ ਹੋਵੇਗਾ। ਛੋਟੀ ਜਿਹੀ ਲੋਕ ਗਾਥਾ ਹੈ, ਪੜਦੇ ਗੱਜਣ ਦਾ ਇਹ ਸੁਭਾਅ, ਵੇਖ ਕੇ ਐਡਿਟ ਕਰਨ ਦੀ ਇਹ ਬਿਰਤੀ। ਹਾਲਾਂਕਿ ਇਹਦੇ ਵਿੱਚ ਕੋਈ ਸੱਚਾਈ ਜਾਂ ਨਾ ਸੱਚਾਈ ਦਾ ਕੋਈ ਮਸਲਾ ਨਹੀਂ, ਕੇਵਲ ਇੱਕ ਲੋਕ ਗਾਥਾ ਬਣਾਈ ਗਈ ਵੀ ਕਿਵੇਂ ਕਿਸੇ ਦੇ ਗੁਨਾਹਾਂ ਨੂੰ ਦੇਖ ਕੇ ਐਡਿਟ ਕਰਨਾ ਹੈ, ਹੋਰਨਾਂ ਨੂੰ ਦੇ ਔਗਣਾਂ ਨੂੰ ਨਜ਼ਰਅੰਦਾਜ਼ ਕਰਨਾ ਇੱਕ ਵੱਡੇ ਆਤਮਿਕ ਬਲ ਦੀ ਨਿਸ਼ਾਨੀ ਹੈ। ਔਗਣਾਂ ਨੂੰ ਨਜ਼ਰਅੰਦਾਜ਼ ਕਰਨਾ ਇੱਕ ਵੱਡੀ ਤਾਕਤ ਦੀ, ਆਤਮਿਕ ਤਾਕਤ ਦੀ, ਆਤਮਿਕ ਬਲ ਦੀ ਇੱਕ ਨਿਸ਼ਾਨੀ ਹੈ। ਇਹ ਮਨੁੱਖੀ ਆਤਮਾ ਦੀ ਇੱਕ ਵੱਡੀ ਪ੍ਰਾਪਤੀ ਹੈ, ਮਨੁੱਖੀ ਜੀਵਨ ਦੀ ਉਧਾਰ ਹੈ। ਮਨੁੱਖ ਦਾ ਵੇਖ ਕੇ ਐਡਿਟ ਕਰਨ ਵਾਲਾ ਹਿਰਦਾ, ਇਹ ਸਮਝੋ ਬ੍ਰਹਿਮੰਡ ਜਿੰਨਾ ਹੌਸਲਾ ਰੱਖਦਾ ਹੈ। ਵੱਡਾ ਜਿਗਰਾ ਚਾਹੀਦਾ ਹੈ, ਵੱਡਾ ਜਿਗਰਾ ਚਾਹੀਦਾ ਹੈ। ਪਰ ਇਸ ਦੇਖ ਕੇ ਐਡਿਟ ਕਰਨ ਵਾਲੇ ਹਿਰਦੇ ਵਿੱਚ ਦੂਜਿਆਂ ਦੇ ਔਗਣ ਟਿਕਾਣ ਵਾਲੀ ਕੋਈ ਥਾਂ ਨਹੀਂ ਹੁੰਦੀ। ਇੱਥੇ ਗੁਣ ਹੀ ਗੁਣ ਹਨ, ਇੱਥੇ ਔਗਣਾਂ ਦਾ ਕੋਈ ਥਾਂ, ਔਗਣਾਂ ਨੂੰ ਕੋਈ ਥਾਂ ਨਹੀਂ। ਇੱਕ ਦੈਵੀ ਸੁਭਾਅ ਹੈ, ਜਿਹੜਾ ਦੇਵਤਿਆਂ ਵਰਗੀ ਬਿਰਤੀ ਅਸੀਂ ਕਹਿੰਦੇ ਹਾਂ। ਇਹ ਵਾਹਿਗੁਰੂ ਦਾ ਬਿਰਧ ਹੈ, ਕਿਉਂਕਿ ਵਾਹਿਗੁਰੂ ਸਾਡੇ ਬਿਰਦਾ, ਵਾਹਿਗੁਰੂ ਜਿਹੜਾ ਹੈ ਉਹ ਕਿਸ ਦਾ ਬੁਰਾ ਨਹੀਂ ਚਿਤਾਰਦਾ, ਜਿਹੜਾ ਮੈਂ ਪਹਿਲਾਂ ਵਰਣਨ ਕਰ ਚੁੱਕਾ ਹਾਂ। ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਗੱਲ ਕਹੀ ਕਿ ਕਿਸ ਦਾ ਬੁਰਾ ਨਾ ਚਿਤਾਰੋ, ਕਿਉਂਕਿ ਬੁਰਾ ਚਿਤਵਨਾ, ਉਹਦੇ ਨਿੰਦਾ ਕਰਨੀ, ਉਹਦੀ ਮੈਲ ਧੋਣੀ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾ ਨਿੰਦਕਾਂ, ਨਰਕੇ ਘੋਰ ਭਵਨ। ਗੁਰੂ ਅਮਰਦਾਸ ਮਹਾਰਾਜ ਦਾ ਸੂਹੀ ਰਾਗ ਵਿੱਚ ਇਹ ਬਚਨ ਹੈ। ਸਿੱਖੀ ਵਿੱਚ ਕ੍ਰੋਧ ਦੀ ਤੇ ਬਦਲੇ ਦੀ ਭਾਵਨਾ ਦੀ ਕੋਈ ਗੁੰਜਾਇਸ਼ ਨਹੀਂ ਹੈ। ਇੱਥੇ ਤਾਂ ਖਿਮਾ ਆਦੇਸ਼ ਹੈ। ਖਿਮਾ ਗਹੋ ਸਤਿਗੁਰ ਸ਼ਰਨਾਈ ਦੀ ਗੱਲ ਕੀਤੀ ਗਈ ਹੈ।
ਖਿਮਾ ਪਿਆਰ ਦਾ ਇੱਕ ਉੱਚਾ ਪ੍ਰਗਟਾਵਾ ਹੈ। ਇਸ ਦੀ ਬਰਕਤ ਨਾਲ ਟੁੱਟੀਆਂ ਹੋਈਆਂ ਗੰਢੀਆਂ ਜਾਂਦੀਆਂ ਹਨ। ਇੱਕ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਉਪਦੇਸ਼ ਕਰ ਰਹੇ ਸਨ। ਜਦ ਖਿਮਾ ਦੀ ਗੱਲ ਆਈ, ਖਿਮਾ ਦੀ ਗੱਲ ਚੱਲ ਪਈ, ਤਾਂ ਗੁਰਪ੍ਰਤਾਪ ਸੂਰਜ ਵਿੱਚ ਕਵੀ ਸੰਤੋਖ ਸਿੰਘ ਨੇ ਉਸ ਗੱਲ ਨੂੰ ਲਿਖਿਆ ਹੈ। ਕਰਨੀ ਸ਼ਮਾ ਮੈਂ ਤਪ ਜਾਨ, ਕਰਨੀ ਸ਼ਿਮਾ ਮਹਾ ਤਪ ਜਾਨ, ਸ਼ਿਮਾ ਕਰਨਹੀ ਦੇਵੋ ਦਾਨ, ਸ਼ਿਮਾ ਸਕਲ ਤੀਰਥ ਇਸ਼ਨਾਨ, ਸ਼ਿਮਾ ਕਰਤ ਕਰ ਨਰ ਕੀ ਕਲਿਆਣ, ਸ਼ਿਮਾ ਸਮਾਨ ਆਨ ਗੁਣ ਨਾਹੀ, ਜਾਤੇ ਸ਼ਿਮਾ ਧਰੋ ਮਨ ਮਾਹੀ। ਇਹ ਵੱਡਾ ਤਪ ਹੈ। ਜਿੱਥੇ ਖਿਮਾ ਵਰਤਦੀ ਹੈ ਉੱਥੇ ਵਾਹਿਗੁਰੂ ਆਪ ਵਰਤਦਾ ਹੈ। ਆਹਾ, ਜਿੱਥੇ ਖਿਮਾ ਹੋ ਜਾਏ ਉੱਥੇ ਵਾਹਿਗੁਰੂ ਦਾ ਵਾਸਾ ਹੈ। ਕਈ ਵਾਰੀ ਇਹ ਗੱਲਾਂ ਹੁੰਦੀ ਹੈ ਵੀ ਖਿਮਾ ਕਰ ਦੇਣੀ ਸਾਡੇ ਨਿਆਂ ਦੇ ਵਿਰੁੱਧ ਹੈ। ਖਿਮਾ ਕਰਨਾ ਇੱਕ ਮਾਫ ਕਰਨਾ, ਖਿਮਾ ਕਰਨਾ, ਇਹ ਖਿਮਾ ਕਿਸੇ ਨੂੰ ਕਰ ਦੇਣਾ ਅਨਿਆਂ ਨਹੀਂ ਹੁੰਦਾ। ਇਸ ਨਾਲ ਤਾਂ ਦੈਵੀ ਗੁਣਾਂ ਦੀ, ਨਿਆਂ ਦੀ ਕਬੂਲਦਾਰੀ ਹੁੰਦੀ ਹੈ। ਵੇਖ ਕੇ ਅਡਿੱਠ ਕਰਨ ਦਾ ਜਿਹੜਾ ਸ਼ਬਦਾਵਲੀ ਆਈ, ਇਸ ਦਾ ਆਦਰਸ਼ ਸਤਿਗੁਰਾਂ ਨੇ ਆਪਣੀ ਜ਼ਿੰਦਗੀ ਵਿੱਚ ਕਮਾ ਕੇ ਦਿਖਾਇਆ। ਗੁਰੂ ਅਮਰਦਾਸ ਮਹਾਰਾਜ ਨੂੰ ਭਰੀ ਸੰਗਤ ਵਿੱਚ ਜਦੋਂ ਲੱਤ ਮਾਰੀ, ਆਪ ਨੇ ਉਹਦੇ ਪੈਰ ਫੜ ਲਏ। ਮੇਰੀਆਂ ਬੁੱਢੀਆਂ ਕੈਡੀਆਂ ਹੱਡੀਆਂ ਕਾਰਨ ਕਿਤੇ ਤੇਰੇ ਕੋਮਲ ਚਰਨਾਂ ਤੇ ਸੱਟ ਤਾਂ ਨਹੀਂ ਲੱਗੀ। ਕਿੰਨੇ ਵੱਡਾ, ਕਿੰਨੀ ਦਲੇਰੀ ਚਾਹੀਦੀ ਹੈ ਇਸ ਗੱਲ ਵਿੱਚ। ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਕਿੰਨੇ ਸਲੂਕ ਕੀਤੇ, ਕਿੰਨੇ ਭੈੜੇ ਸਲੂਕ ਕੀਤੇ। ਦਸਤਾਰਬੰਦੀ ਵੇਲੇ ਸਭ ਦੇ ਸਾਹਮਣੇ ਪੱਗ ਹੱਥਾਂ ਵਿੱਚੋਂ ਖੋਹ ਲਈ। ਉਹਨਾਂ ਦੇ ਬੱਚੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਰਵਾਉਣ ਦੇ ਯਤਨ ਕੀਤੇ ਗਏ। ਪਰ ਜਦੋਂ ਪ੍ਰਿਥੀ ਚੰਦ ਬਿਮਾਰ ਹੋਇਆ ਤਾਂ ਸਤਿਗੁਰੂ ਚੱਲ ਕੇ ਉਹਦੀ ਖਬਰ ਲੈਣ ਗਏ ਹਨ। ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਪਰਿਵਾਰ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦਾ ਹੈ। ਪਰ ਸਤਿਗੁਰੂ ਦਾ ਜ਼ਫ਼ਰਨਾਮਾ ਪੜ੍ਹ ਕੇ ਉਸ ਅੰਦਰ ਪਛਤਾਵਾ ਜਾਗਿਆ, ਪਛਤਾਵਾ ਜਾਗਿਆ ਹੈ ਤੇ ਸਤਿਗੁਰੂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਗੁਰੂ ਜੀ ਨੇ ਸਭ ਕੁਝ ਭੁੱਲ ਕੇ ਅਡਿੱਠ ਕਰਕੇ ਦੱਖਣ ਵੱਲ ਜਾਣ ਦਾ ਪ੍ਰੋਗਰਾਮ ਬਣਾ ਲਿਆ। ਇਹ ਗੱਲ ਵੱਖਰੀ ਹੈ ਕਿ ਮੁਲਾਕਾਤ ਨਾ ਹੋ ਸਕੀ, ਸਤਿਗੁਰੂ ਦੇ ਜਾਣ ਤੋਂ ਪਹਿਲਾਂ ਹੀ ਉਹਦੀ ਮੌਤ ਹੋ ਗਈ। ਤੇ ਖਿਆਲ ਕਰਨਾ, ਉਸ ਅਕਾਲ ਪੁਰਖ ਦਾ ਸੁਭਾਅ ਵੀ ਇਹੋ ਹੀ ਹੈ। ਉਹਦੇ ਦੇਖ ਕੇ ਅਡਿੱਠ ਕਰਨ ਦੇ ਗੁਣ ਦੀ ਛਤਰ ਛਾਇਆ ਹੇਠ ਅਸੀਂ ਜ਼ਿੰਦਗੀ ਮਾਣ ਰਹੇ ਹਾਂ। ਦੇਖ ਕੇ ਅਡਿੱਠ ਕਰਨ ਦੀ ਛਤਰ ਛਾਇਆ ਹੇਠ ਅਸੀਂ ਜ਼ਿੰਦਗੀ ਮਾਣ ਰਹੇ ਹਾਂ। ਇਹਦੀ ਬਾਣੀ ਪੜ੍ਹ ਕੇ ਦੇਖੀਏ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ। ਕਦੀ ਕਰਦਾ ਹੈ ਯਾਦ? ਮਾਂ ਯਾਦ ਕਰਦੀ? ਪਰਮੇਸ਼ਰ ਸਾਡੇ ਔਗਣਾਂ ਨੂੰ ਯਾਦ ਕਰਦਾ? ਕਦੀ ਨਹੀਂ ਕਰਦਾ। ਤੇ ਫਿਰ ਸਤਿਗੁਰੂ ਕਹਿੰਦੇ, ਭਲਿਆ ਤੂੰ ਕਿਉਂ ਬੁਰਾ ਕਹਿੰਦਾ ਹੈ? ਤੂੰ ਕਿਉਂ ਬੁਰੇ ਦੀ ਗੱਲ ਕਰਦਾ ਹੈ? ਬੁਰਾ ਭਲਾ ਕਹੋ ਕਿਸ ਨੂੰ ਕਹੀਏ? ਸਗਲੇ ਜੀ ਤੁਮਾਰੇ, ਜੇ ਤੇਰੇ ਹੀ ਪੈਦਾ ਕੀਤੇ ਨੇ, ਫਿਰ ਅਸੀਂ ਬੁਰਾ ਭਲਾ ਦੀ ਗੱਲ ਕਿਉਂ ਕਰੀਏ? ਕਿਉਂ ਕਰੀਏ? ਤੋ ਗੁਰੂ ਪਾਤਸ਼ਾਹ ਜੀ ਨੇ ਇੱਕ ਜੀਵਨ ਦੀ ਜਾਚ ਸਾਨੂੰ ਸਿਖਾਈ ਹੈ। ਔਰੰਗਜ਼ੇਬ ਦੇ ਜਦੋਂ ਇਤਿਹਾਸ ਨੂੰ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਵੀ ਇੱਕ ਜ਼ਿਕਰ ਆਉਂਦਾ ਹੈ ਕਿ ਉਹਨੇ ਆਪਣੇ ਪੁੱਤਰ ਕਾਮਬਖਸ਼ ਨੂੰ ਇੱਕ ਸੁਨੇਹਾ ਲਿਖਿਆ, ਰੁੱਕਾ ਭੇਜਿਆ, ਜਿਹਦੇ ਵਿੱਚ ਦੀ ਇਬਾਰਤ ਬੜੀ ਖੂਬਸੂਰਤ ਹੈ। ਕਹਿੰਦਾ, ਤਨਹਾ ਆਇਆ ਥਾ, अब एमाल काफिले के साथ जा रहा हूं, मुझे अपना पता नहीं, गुनाह बहुत किए हैं, मालूम नहीं
कि सजा में गिरफ्तार होऊंगा। ਤੇ ਇਹ ਸ਼ਬਦ ਉਹਦੀ ਕਬਰ ਦੇ ਉੱਤੇ ਲਿਖੇ ਗਏ, ਜਿੱਥੇ ਔਰੰਗਜ਼ੇਬ ਦੀ ਕਬਰ ਬਣੀ। ਔਰ ਉਹ ਲਿਖਦਾ, ਮੇਰੀ ਕਬਰ ਦੇ ਨੇੜੇ ਕੋਈ ਰੁੱਖ ਨਾ ਲਾਣਾ। ਮੇਰੇ ਵਰਗੇ ਬਦ ਕਮਬਖਤ ਮਨੁੱਖ ਦੀ ਕਬਰ ਦੇ ਨੇੜੇ ਲੱਗੇ ਹੋਏ ਰੁੱਖ ਦੀ ਛਾਇਆ ਥੱਲੇ ਵੀ ਕੋਈ ਬੈਠ ਕੇ ਮੇਰੇ ਵਰਗਾ ਕਮਬਖਤ ਨਾ ਬਣ ਜਾਏ। ਇਹ ਗੁਣ ਹੈ ਖਿਮਾ ਦਾ, ਸ਼ਿੰਗਾਰ ਦਾ, ਜਿਹੜਾ ਬਾਬਾ ਫਰੀਦ ਜੀ ਕਹਿੰਦੇ ਹਨ, ਨਿਵਨ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ਼ ਕਰ ਤਾਂ ਬਸ ਆਵੀ ਕੰਤ। ਇੰਨੀ ਘਾੜਤ ਘੜਨੀ ਗੁਰਬਾਣੀ ਨੇ ਸਾਡੀ। ਇਸ ਜੀਵਨ ਵਿੱਚ ਸਫਲਤਾ ਦਾ ਇੱਕ ਰਾਜ ਹੈ, ਦੇਖ ਕੇ ਅਡਿੱਠ ਕਰਨ ਦਾ ਜਿਹੜਾ ਸੁਭਾਅ ਹੈ। ਇਹ ਤਾਂ ਬਣੇਗਾ ਜੇ ਅੰਦਰ ਖਿਮਾ ਦਾ ਸੁਭਾਅ ਬਣੇਗਾ, ਜੇ ਅੰਦਰ ਗੁਣਾਂ ਦਾ ਵਾਸਾ ਹੋਵੇਗਾ, ਜੇ ਅੰਦਰ ਗੁਰਬਾਣੀ ਦਾ ਉਹ ਵਿਚਾਰ ਦਾ, ਗੁਰਬਾਣੀ ਦਾ ਉਹ ਰਸ ਜਿਹੜਾ ਬਣਿਆ ਹੋਵੇਗਾ। ਨਹੀਂ ਤਾਂ ਸਾਡੇ ਅੰਦਰ ਤਾਂ ਇੱਕ ਦੀਆਂ ਦੋ ਜਦ ਤੱਕ ਨਾ ਸੁਣਾ ਲਈਏ ਠੰਡ ਨਹੀਂ ਪੈਂਦੀ। ਪਰ ਜਿੱਥੇ ਗੁਨਾਹ ਦਾ ਵਾਸਾ ਹੋ ਜਾਏ ਉੱਥੇ ਖਿਮਾ ਦਾ ਸੁਭਾਅ ਬਣਦਾ ਹੈ। ਠੀਕ ਹੈ, ਇਸ ਸੁਭਾਅ ਨੂੰ ਅੱਜ ਅਸੀਂ ਹਰ ਥਾਂ, ਹਰ ਜ਼ਿੰਦਗੀ ਦੇ ਹਰ ਖੇਤਰ ਵਿੱਚ ਭੁੱਲ ਜਾਂਦੇ ਹਾਂ। ਪਰ ਪਰਮੇਸ਼ਰ ਆਪਣੀ ਬਖਸ਼ਿੰਦਗੀ, ਬਖਸ਼ਿਸ਼ ਦੀ ਨਜ਼ਰ ਕਦੇ ਨਹੀਂ ਛੱਡਦਾ। ਅਸੀਂ ਉਸ ਤੋਂ ਟੁੱਟ ਜਾਂਦੇ ਹਾਂ, ਪਰ ਉਹ ਹਰ ਵਾਰ ਸਾਡੀ ਟੁੱਟੀ ਗੰਢੀ ਜਾਂਦਾ ਹੈ। ਸਤਿਗੁਰੂ ਵੇਖ ਕੇ ਡਿੱਠ ਕਰਦੇ ਨੇ, ਟੁੱਟੀ ਗੰਢਦੇ ਹਨ। ਇਸ ਲਈ ਸਾਡੇ ਸੁਭਾਅ ਅੰਦਰ ਵੀ ਉਹ ਗੁਣ ਆਉਣ ਦੇ ਲਈ ਗੁਰੂ ਅੱਗੇ ਪ੍ਰਾਰਥਨਾ ਤੇ ਅਰਦਾਸ ਕਰਨੀ ਚਾਹੀਦੀ ਹੈ। ਜਿਨ੍ਹਾਂ ਨੇ ਇਸ ਸੁਭਾਅ ਨੂੰ ਜੀਆ, ਦੇਖ ਕੇ ਡਿੱਠ ਕਰਨ ਦੀ ਗੱਲ ਕੀਤੀ, ਉਹਨਾਂ ਪਿਆਰ ਨਾਲ ਭਿੱਜੀਆਂ ਹੋਈਆਂ, ਵਿਸ਼ਵਾਸ ਨਾਲ ਭਰੀਆਂ ਹੋਈਆਂ ਆਤਮਾਵਾਂ ਦੀ ਤਪੱਸਿਆ, ਪਿਆਰ ਤੇ ਅਰਦਾਸ ਨੂੰ ਅਸੀਂ ਰੋਜ਼ ਵੀ ਯਾਦ ਕਰਦੇ ਹਾਂ। ਦੇਖ ਕੇ ਅੰਡਿਠ ਕੀਤਾ। ਉਹਨਾਂ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਉਹਨਾਂ ਪਿਆਰਿਆਂ ਦੀ, ਉਹਨਾਂ ਸਚਿਆਰਿਆਂ ਦੀ, ਜਿਨ੍ਹਾਂ ਦੇ ਅੰਦਰ ਇਹ ਗੁਣ ਸੀ, ਜਿਨ੍ਹਾਂ ਦੇਗ ਵਾਈ, ਦੇਗ ਚਲਾਈ, ਜਿਨ੍ਹਾਂ ਤੇਗ ਵਾਈ, ਦੇਖ ਕੇ ਡਿੱਠ ਕੀਤਾ, ਤਾਂ ਉਹਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਅਸੀਂ ਇਹ ਗੱਲ ਬੋਲਦੇ ਹਾਂ, ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇਹ ਉਹਨਾਂ ਦੀ ਯਾਦ ਹੈ, ਉਹਨਾਂ ਦਾ ਪਿਆਰ ਹੈ, ਉਹਨਾਂ ਦੇ ਜੀਵਨ ਦੀ ਝਲਕ ਹੈ। ਔਰ ਉਹ ਸੁਨੇਹਾ ਦਿੰਦੀ ਹੈ ਸਾਨੂੰ, ਗੁਰੂ ਕੇ ਪਿਆਰਿਆ ਇਹ ਗੁਣ ਤੂੰ ਵੀ ਧਾਰਨ ਕਰ। ਇਹ ਅਰਦਾਸ ਸਾਨੂੰ ਸੁਨੇਹਾ ਦਿੰਦੀ ਹੈ। ਤੇ ਜਦੋਂ ਅਸੀਂ ਪੜ੍ਹੀਏ, ਦੇਖ ਕੇ ਡਿੱਠ ਕੀਤਾ, ਹਿਰਦੇ ਵਿੱਚ ਉਸ ਖਿਮਾ ਦੇ ਗੁਣਾਂ ਨੂੰ ਪ੍ਰਗਟ ਕਰਨਾ ਜ਼ਰੂਰੀ ਹੈ। ਕੇਵਲ ਜ਼ਬਾਨ ਨਾ ਬੋਲੇ, ਦੇਖ ਕੇ ਡਿੱਠ ਕਰਨ ਦੇ ਇਹਨਾਂ ਸ਼ਬਦਾਂ ਦੇ ਵਿੱਚ ਕਿਸੇ ਦੀ ਵਧੀਕੀ ਨੂੰ ਜਰ ਲੈਣਾ, ਕਿਸੇ ਦੇ ਗੁਨਾਹ ਨੂੰ ਮਾਫ ਕਰ ਦੇਣਾ, ਔਰ ਕਿਸੇ ਦੇ ਉੱਤੇ ਜ਼ੁਲਮ ਦੀ ਬਿਰਤੀ ਤੋਂ ਪਰੇ ਹਟ ਜਾਣਾ, ਇਸ ਸੁਭਾਅ ਦਾ ਉਜਾਗਰ ਹੋਣਾ ਜ਼ਰੂਰੀ ਹੈ। ਜਦੋਂ ਇਹ ਸ਼ਬਦ ਬੋਲਦੇ ਹਾਂ, ਇਹ ਸਾਡੇ ਅੰਦਰ ਖਿਆਲ ਪੈਦਾ ਹੋਣੇ ਚਾਹੀਦੇ ਨੇ। ਅਰਦਾਸ ਦੇ ਨਾਲ ਨਾਲ ਇਹ ਖਿਆਲ ਅੰਦਰ ਆਉਣੇ ਚਾਹੀਦੇ ਨੇ। ਜਦੋਂ ਇਹ ਖਿਆਲ ਪੈਦਾ ਹੋਣਗੇ, ਇੱਕ ਗੁਰੂ ਸਾਡੀ ਬੇਨਤੀ ਸੁਣੇਗਾ, ਇੱਕ ਸਾਡਾ ਅਰਦਾਸ ਵਿੱਚ ਪੂਰੀ ਤਰ੍ਹਾਂ ਮਨ ਇਕਾਗਰ ਹੋ ਜਾਏਗਾ, ਤੀਜਾ ਸਾਡਾ ਆਪਣਾ ਅਧਿਆਤਮਿਕ ਜੀਵਨ ਬੜੀਆਂ ਬੁਲੰਦੀਆਂ ਤੇ ਪਹੁੰਚੇਗਾ। ਤੇ ਅਧਿਆਤਮਿਕ ਜੀਵਨ ਨੂੰ ਬੁਲੰਦੀ ਤੇ ਪਹੁੰਚਣ ਲਈ ਇਹ ਅਰਦਾਸ ਦੇ ਸ਼ਬਦ ਦੇਖ ਕੇ ਅਡਿੱਠ ਕੀਤਾ ਦੀ ਇਸਤੇਮਾਲ ਗੁਰੂ ਪਾਤਸ਼ਾਹ ਜੀ ਜੋ ਪੰਥ ਨੇ ਬਣਾਈ ਅਰਦਾਸ ਹੈ, ਉਹਨਾਂ ਦੇ ਜੀਵਨਾਂ ਨੂੰ ਸ਼ਾਮਿਲ ਕੀਤਾ, ਤਦ ਕਿ ਆਪਣੇ ਪਿਓ ਦਾਦੇ ਦੇ ਖੁੱਲ੍ਹ ਡਿੱਠੇ ਖਜ਼ਾਨੇ ਨੂੰ ਦੇਖੀਏ ਤੇ ਉਹਨਾਂ ਕਮਾਈ ਕਰਨ ਵਾਲੇ ਪੁਰਖਾਂ ਦੇ ਜੀਵਨ ਤੋਂ ਕੁਝ ਸਿੱਖੀਏ, ਜਿਨ੍ਹਾਂ ਨੇ ਆਪਣੇ ਜੀਵਨ 'ਚ ਇਹ ਗੁਣ ਧਾਰਨ ਕੀਤੇ। ਹੋਈਆਂ ਭੁੱਲਾਂ ਦੀ ਖਿਮਾ ਜੀ, ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।